ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। आओ फिर स्वागत करते हैं जौल साहब ਦਾ। जौल साहब a very good morning जी, सत श्री अकाल। बहुत बहुत धन्यवाद अर्श, सारे श्रोते दर्शकों ਨੂੰ ਜੀ ਆਇਆਂ ਨੂੰ ਜੀ, ਥੈਂਕ ਯੂ। ਆਲਰਾਈਟ, ਆਓ ਫਿਰ ਗੱਲਾਂ ਬਾਤਾਂ ਕਰੀਏ। ਜੌਲ ਸਾਹਿਬ, ਅੱਜ 47th ਡੇ ਹੈ ਜੀ 2022 ਦਾ। ਟੋਰਾਂਟੋ ਨੇ ਇਸ ਵੇਲੇ 12 ਮਰਡਰਸ ਦੇਖੇ ਹੋਏ ਨੇ ਹੁਣ ਤੱਕ, ਤੇ 4 ਵਿਕਟਮਸ ਉਹ ਸਨ ਜਿਹੜੇ 20 years old ਤੋਂ ਥੱਲੇ ਸਨ, ਐਂਡ 2 ਸਸਪੈਕਟ ਉਹ ਸਨ ਜਿਹੜੇ 15 years ਤੋਂ ਥੱਲੇ ਸਨ। ਯੈਸ ਸਰ, ਸੇ ਬੜੀ ਆਪਣੇ ਆਪ ਦੇ ਵਿੱਚ ਦੇਖੋ ਅਜੀਬੋ ਗਰੀਬ ਘਟਨਾਵਾਂ ਜਿਹੜੀਆਂ ਕਿ ਪਿਛਲੇ ਸਾਲਾਂ ਦੌਰਾਨ ਵੀ ਵਾਪਰਦੀਆਂ ਆ ਰਹੀਆਂ ਤੇ ਇਸ ਨਵੇਂ ਸਾਲ ਦੇ ਵਿੱਚ ਵੀ ਵਾਪਰਨੀਆਂ ਜਾ ਰਹੀ ਆ। ਰਾਦਰ ਬੜੀ ਤੇਜ਼ੀ ਨਾਲ ਵਾਪਰਨੀਆਂ ਜਾ ਰਹੀ ਆ ਪਿਛਲੇ ਸਮੇਂ ਦੇ ਨਾਲੋਂ ਜੀ। ਦੇਖ ਰਹੇ ਹਾਂ ਜੀ ਆਪਾਂ ਸੋਮਵਾਰ ਨੂੰ ਜਿਹੜਾ ਮਰਡਰ ਸਕਾਰਬੋਰੋ ਦੇ ਵਿੱਚ ਸਕੂਲ ਦੇ ਵਿੱਚ ਹੋਇਆ, ਮੈਰੀ ਥੋਮਸਨ ਕਾਲਜ 8 ਜਿਹੜਾ ਕਿ ਹਾਈ ਸਕੂਲ ਹੈ, ਉੱਥੇ ਜਦੋਂ ਛੁੱਟੀ ਦਾ ਵੇਲਾ ਸੀਗਾ ਤੇ ਜਾਣੀ ਕਿ ਉਹ ਜਿਹੜਾ ਮੁੰਡਾ ਹੁਣ ਫੜਿਆ ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਹੋਇਆ, ਉਹ ਤੇ 14 ਸਾਲ ਦਾ ਹੀ ਆ ਮਸਾਂ, ਤੇ ਮਾਰਿਆ ਜਾਣੀ ਕਿ ਉਹਨੇ ਪਿੱਛਾ ਕਰਕੇ ਭੱਜ ਕੇ ਐਨ ਨੇੜਿਓਂ ਪਿਸਤੌਲ ਦੇ ਨਾਲ ਗੋਲੀ ਮਾਰ ਕੇ। ਮੁੰਡਾ 18 ਸਾਲ ਦਾ ਸੀਗਾ, 12ਵੀਂ ਜਮਾਤ ਚ ਪੜ੍ਹਦਾ। ਇਹਦੇ ਨਾਲ ਹੀ ਤੇ ਜਾਣੀ ਇਹਨੇ ਇੱਕ ਹੋਰ ਮਾਰਨਾ ਸੀ ਉਹਨੇ ਹੱਲੇ, ਉਹਨੂੰ ਵੀ ਉਹਨੇ ਅਸਾਲਟ ਕੀਤਾ, ਉਹਦੇ ਮਗਰ ਭੱਜਾ। ਪਰ ਹੁਣ ਦੂਸਰੇ ਮੁੰਡੇ ਦੀ ਇਹ ਹੁਣ ਤੁਸੀਂ ਲੱਕ ਕਹਿ ਲਓ, ਕਿਸਮਤ ਕਹਿ ਲਓ, ਵੀ ਉਹ ਪਿਸਤੌਲ ਨਹੀਂ ਉਸ ਵੇਲੇ ਚੱਲਿਆ। ਹੁਣ ਅਕਸਰ ਮੁੰਡਾ ਇਹ ਕਾਤਲ ਤਾਂ 14 ਸਾਲ ਦਾ ਹੀ ਸੀਗਾ ਨਾ। ਆਲੇ ਦੁਆਲੇ ਸਕੂਲ ਦੇ ਵਿੱਚ ਉਹਨੇ ਭੱਜਣਾ ਵੀ ਸੀਗਾ, ਆਪਣੀ ਸੇਫਟੀ ਵੀ ਦੇਖਣੀ ਸੀਗੀ, ਉਸ ਲਿਹਾਜ਼ ਨਾਲ ਤੱਤ ਪੜਾਤ ਚ ਪਿਸਤੌਲ ਨਹੀਂ ਚੱਲਿਆ ਤੇ ਫਿਰ ਉਹ ਨੱਸ ਗਿਆ ਜੀ ਮੌਕੇ ਤੋਂ। ਤੇ ਲੇਕਿਨ ਕਿਹਾ ਜੀ ਵੀ ਜਿੱਦਾਂ ਪੁਲਿਸਾਂ ਕਹਿੰਦੀਆਂ ਤੇ ਆਮ ਤੌਰ ਤੇ ਇਹ ਮਰਨ ਵਾਲੇ ਤੇ ਮਾਰਨ ਵਾਲੇ ਕਿਸੇ ਨਾ ਕਿਸੇ ਰੂਪ ਚ ਇੱਕ ਦੂਸਰੇ ਨੂੰ ਜਾਣਦੇ ਹੁੰਦੇ, ਵਾਕਫ ਹੁੰਦੇ ਪਹਿਲਾਂ ਤੋਂ ਜੀ। ਤੇ ਹੁਣ ਇਹ ਆ ਜੀ ਵੀ ਇਹਦੇ ਤੇ ਫਸਟ ਡਿਗਰੀ ਮਰਡਰ ਲੱਗਾ। 14 ਸਾਲ ਦਾ ਮਸੀ ਮੁੰਡਾ ਆ ਤੇ 18 ਸਾਲ ਦਾ ਮੁੰਡਾ ਜਿਹੜਾ ਜ਼ਹੀਨ ਰੋਬਿਨਸਨ ਆ, ਉਹਦੀ ਜਾਨ ਜਾ ਚੁੱਕੀ ਆ। ਇਹ ਹੁਣ ਦੇਖ ਲਓ ਵੀ 14 ਸਾਲ ਦੇ ਬੱਚੇ ਜੇ ਹੁਣ ਘਰਾਂ ਦੇ ਵਿੱਚ ਆਮ ਤੌਰ ਤੇ ਪੇਰੈਂਟਸ ਕਹਿ ਦਿੰਦੇ ਆ ਵੀ ਕਮਰੇ 'ਚ ਹੀ ਆ ਜੀ, ਪੜ੍ਹਦਾ ਆ ਜੀ, ਪੜ੍ਹਦੀ ਆ ਜੀ, ਜਿਹੜਾ ਸੈੱਲ ਫੋਨ ਆ ਤੇ ਲੈਪਟਾਪ ਆ ਉਹ ਬੈੱਡ ਦੇ ਵਿੱਚ ਹੀ ਆ ਜੀ, ਬੈਡਰੂਮ ਦੇ ਵਿੱਚ ਹੀ ਆ ਜੀ। ਪਰ ਹੁਣ ਉੱਥੇ ਵਾਕਈ ਪੜ੍ਹਦਾ ਆ ਜਾਂ ਪੜ੍ਹਦੀ ਆ ਜਾਂ ਕੀ ਆ, ਵੀ ਇਹ ਤਾਂ ਹੁਣ ਬਹੁਤ ਸਾਰੇ ਪੇਰੈਂਟਸ ਨੂੰ ਤਾਂ ਸਮਝ ਹੀ ਨਹੀਂ ਕੰਪਿਊਟਰਾਂ ਦੀ ਤੇ ਇੰਟਰਨੈਟ ਦੀ। ਸੋ ਤਦ ਕਰਕੇ ਇਹ ਆ ਜੀ ਵੀ ਇਹ ਜਿਹੜੀਆਂ ਸਿਚੁਏਸ਼ਨਸ ਇਸ ਤਰ੍ਹਾਂ ਦੀਆਂ ਅੱਜ ਕੱਲ੍ਹ ਜ਼ਿਆਦਾ ਬਣ ਰਹੀਆਂ ਆ, ਉਹਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਲੱਗ ਰਿਹਾ ਵੀ ਜਿਹੜੇ ਇਹ ਟੀਨਏਜਰਸ ਹੈਗੇ ਇਹ ਆਊਟ ਆਫ ਕੰਟਰੋਲ ਆ ਫਰੋਮ ਪੇਰੈਂਟਸ। ਚਲੋ ਬੱਚੇ ਤਾਂ ਭਾਵੇਂ ਆਪਣੇ ਬੱਚਿਆਂ ਦੀਆਂ ਤਾਂ ਸਿਫਤਾਂ ਹੀ ਕਰਨੀਆਂ ਹੁੰਦੀਆਂ, ਕਰਨੀ ਹੋਵੇ ਤਾਂ ਕਿਸੇ ਹੋਰ ਦੀ। ਆਪਣੇ ਬੱਚੇ ਮੇਰਾ ਸੋਹਣਾ ਲੱਗਦੇ ਰਹਿੰਦੇ ਅਕਸਰ ਜਦੋਂ ਤੱਕ ਏਦਾਂ ਦਾ ਚੰਦ ਚੜ੍ਹ ਨਾ ਜਾਵੇ। ਇਸ ਕਰਕੇ ਅੱਜ ਵੀ ਹੁਣ ਇਹ ਪੇਰੈਂਟਸ ਵਾਸਤੇ, ਗ੍ਰੈਂਡ ਪੇਰੈਂਟਸ ਵਾਸਤੇ, ਸਾਰਿਆਂ ਵਾਸਤੇ ਬੜਾ ਸੋਚਣ ਦੀ ਗੱਲ ਹੈ ਵੀ ਇੰਨੀ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਤੇ ਪਿਛਲੇ 46 ਦਿਨਾਂ ਦੇ ਵਿੱਚ 12 ਜੇ ਮਰਡਰ ਸ਼ਹਿਰ ਦੇ ਵਿੱਚ ਹੋਏ ਆ ਤੇ ਉਹਨਾਂ ਦੇ ਵਿੱਚ 4 ਜਿਹੜੇ ਆ ਉਹ 20 ਸਾਲ ਤੋਂ ਘੱਟ ਉਮਰ ਦੇ ਭਾਵੇਂ ਟੀਨਏਜਰ ਦੀ ਆ। ਤੇ ਇਹ ਕਤਲਾਂ ਦੀਆਂ ਵਾਰਦਾਤਾਂ ਦੇ ਵਿੱਚ 2 ਜਿਹੜੇ ਆਲਰੇਡੀ ਇਹ 15 ਸਾਲ ਤੋਂ ਘੱਟ ਉਮਰ ਦੇ ਕਾਬੂ ਆ ਚੁੱਕੇ ਆ। ਤੇ ਮਰਨ ਵਾਲੇ ਸਾਰੇ ਜਿਹੜੇ ਆ ਜੀ ਵੀ ਇਹ ਆਪਾਂ ਦੇਖਦੇ ਹਾਂ ਵੀ ਆਮ ਤੌਰ ਤੇ ਅੱਧੀ ਰਾਤ ਤੋਂ ਬਾਅਦ ਚੰਦ ਚੜ੍ਹਦੇ ਹੁੰਦੇ, ਇਹੋ ਜਿਹੇ ਚਾਕੂ ਚੱਲ ਗਏ ਜੀ, ਗੋਲੀਆਂ ਹੋ ਗਈਆਂ ਜੀ। ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਆਮ ਤੌਰ ਤੇ 40 ਸਾਲ ਤੋਂ ਘੱਟ ਹੁੰਦੀ ਉਮਰ ਜੀ ਵੀ ਮਾਰਨ ਵਾਲੇ ਤੇ ਮਰਨ ਵਾਲਿਆਂ ਦੀ ਇਸ ਸਿਲਸਿਲੇ ਦੇ ਵਿੱਚ। ਸੋ ਬਹੁਤ ਸਾਵਧਾਨ ਹੋਣ ਦੀ ਲੋੜ ਹੈ ਜੀ। ਇਹੋ ਜਿਹਾ ਬਰਤਾਂਤ ਜਿਹੜਾ ਵਾਪਰਦਾ ਖਾਸ ਤੌਰ ਤੇ ਸਕੂਲਾਂ ਦੇ ਵਿੱਚ, ਬੱਚਿਆਂ ਦੇ ਵਿੱਚ, ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਅਰਸ਼ੇ ਜ਼ਰੂਰ ਸਮਾਂ ਮੰਨਣ ਤੇ ਭਾਵੇਂ ਨਾ, ਇੱਕ ਵਾਰੀ ਤੇ ਬੈਡਰੂਮਾਂ ਦੇ ਵਿੱਚ ਝਾਤੀ ਮਾਰਨ ਦਾ, ਇੱਕ ਵਾਰੀ ਜਿਹੜੀ ਬੱਚਿਆਂ ਦੇ ਬਸਤਿਆਂ ਦੇ ਵਿੱਚ ਝਾਤੀ ਮਾਰਨ ਦਾ ਡੇਲੀ ਬੇਸਿਸ ਤੇ, ਇੱਕ ਵਾਰੀ ਜਾਣੀ ਕਿ ਬੈਡਰੂਮ ਦੇ ਵਿੱਚ ਕੰਪਿਊਟਰ ਦਾ ਤੇ ਸੈੱਲਫੋਨ ਦਾ ਕੋਈ ਕੰਮ ਹੈਗਾ ਸਾਰੀ ਰਾਤ, ਰਾਤਾਂ ਸੌਣ ਵਾਸਤੇ ਆ, ਬੈਡਰੂਮ ਸੌਣ ਵਾਸਤੇ ਆ, ਜਾਗਣ ਵਾਸਤੇ ਨਹੀਂ। right I think that's a very well said ਜੌਲ ਸਾਹਿਬ। ਜ਼ਰੂਰ ਆਪਣੇ ਬੱਚਿਆਂ ਦਾ ਜਦੋਂ ਸਕੂਲ ਤੋਂ ਆਉਂਦੇ ਹੁੰਦੇ ਹੋ ਜ਼ਰੂਰ ਚੈੱਕ ਦਮ ਆਊਟ ਐਂਡ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਤੇ ਉਹਨਾਂ ਨਾਲ ਐਜ਼ ਫਰੈਂਡਸ ਦੇ ਨਾਲ ਯੂ ਸ਼ੁਡ ਕਮਿਊਨੀਕੇਟ ਵਿਦ them ਬਿਕਾਜ਼ ਜੋ ਅੰਕੜੇ ਸਾਹਮਣੇ ਆ ਰਹੇ ਨੇ ਇਟਸ very disturbing। ਜੌਲ ਸਾਹਿਬ, ਵੱਡੀ ਖਬਰ ਆਈ ਹੈ ਅੱਜ ਦੀ ਕਿ ਕੈਨੇਡਾ ਟੂ ਸੌਫਟਨ ਕੋਵਿਡ ਟੈਸਟਿੰਗ ਰਿਕੁਆਇਰਮੈਂਟ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਕੈਨੇਡਾ ਦੇ ਵਿੱਚ ਆਉਂਦੇ ਨੇ February 28 ਨੂੰ fully vaccinated travelers will no longer ਭਾਵ ਲੋੜ ਨਹੀਂ ਹੈ ਜੀ ਮੋਲੀਕੂਲਰ ਟੈਸਟ ਕਰਨ ਨੂੰ, ਭਾਵ ਜਿਹੜਾ RT-PCR ਟੈਸਟ ਹੁੰਦਾ ਆ ਐਂਟੀਜਨ ਟੈਸਟ is more than enough। ਯੈਸ ਸਰ, ਛੇ ਵੀ ਚਲੇ ਜਾਣਾ ਹੁਣ ਥੋੜੇ ਸਮੇਂ ਦੀ ਗੱਲ ਆ। ਪਰ ਦੂਸਰੇ ਪਾਸੇ ਆਪਾਂ ਪੰਜਾਬੀ 'ਚ ਜੇ ਸਮਝਾਉਣਾ ਹੋਵੇ ਵੀ ਜਿਹੜਾ ਮਹਿੰਗਾ ਟੈਸਟ ਸੀਗਾ ਸੈਂਕੜੇ ਡਾਲਰਾਂ ਵਾਲਾ ਟੈਸਟ, ਉਹਦੀ ਲੋੜ ਨਹੀਂ ਰਹੂਗੀ। ਵੀ ਜਿਹੜਾ ਥੋੜੇ ਜਿਹੇ ਡਾਲਰਾਂ $40 ਵਾਲਾ ਇੱਥੋਂ ਆ, ਉੱਥੋਂ $500 ਦਾ ਇੰਡੀਆ ਤੋਂ, ਵੀ ਉਹ ਜਿਹੜਾ ਆ ਟੈਸਟ ਆ ਉਹ ਲੈਬ ਚੋਂ ਕਰਾਉਣਾ ਪਊਗਾ। ਵੀ ਜਿਹੜਾ ਉਹ ਕਿੱਟ ਨਾਲ ਆਪੇ ਹੀ ਹੋ ਜਾਂਦਾ ਨਾ, ਉਹ ਨਹੀਂ ਇਹਨਾਂ ਨੇ ਐਕਸੈਪਟ ਕਰਨਾ। ਉਹ ਟੈਸਟ ਰਿਪੋਰਟ ਇਹਨਾਂ ਨੇ ਐਕਸੈਪਟ ਲੈਬ ਦੀ ਕਰਨੀ ਆ, ਜਿਹੜੀ ਕਿ ਉੱਥੋਂ ਇਹ ਕਰਵਾਈ ਹੋਏਗੀ ਰੈਪਿਡ ਟੈਸਟ ਦੀ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਜ਼ਰੂਰੀ ਖਿਆਲ ਰੱਖਣ ਵਾਲੀ ਗੱਲ ਹੈ ਕਿ 28 ਫਰਵਰੀ ਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ
ਵੀ ਕੈਨੇਡਾ ਦੇ ਵਿੱਚ ਜਿਹੜੇ ਐਂਟਰ ਹੋਣ ਵਾਲੇ ਫੋਰਨ ਟਰੈਵਲਰਸ ਹੈਗੇ ਆ ਉਹਨਾਂ ਨੂੰ ਕੋਵਿਡ ਟੈਸਟ ਜਿਹੜਾ ਜੀ ਜਹਾਜ਼ ਦੇ ਵਿੱਚ ਬੈਠਣ ਤੋਂ ਪਹਿਲਾਂ ਕਰਾਉਣਾ ਪੈਂਦਾ ਆ। ਉਹ ਹੁਣ ਉਹ PCR ਟੈਸਟ ਦੀ ਜ਼ਰੂਰਤ ਨਹੀਂ ਰਹੀ ਹੈ ਤੇ ਜਿਹੜਾ ਉਹ ਫਾਸਟ ਜਿਹੜੀ ਉਸੇ ਵੇਲੇ ਰਿਪੋਰਟ ਆ ਜਾਂਦੀ ਆ ਥੋੜ੍ਹੇ ਜਿਹੇ ਪੈਸੇ ਦੇ ਕੇ, ਉਹ ਟੈਸਟ ਹੈ ਜਿਹੜਾ ਜੀ ਉਹ ਚੱਲੇਗਾ। ਸੋ ਦੈਟਸ ਵੈਰੀ ਗੁੱਡ ਨਿਊਜ਼ ਜੀ, ਜਿਹੜੇ ਇੰਟਰਨੈਸ਼ਨਲ ਤੋਂ ਕੈਨੇਡਾ ਆ ਰਹੇ ਨੇ। ਇਟਸ ਅ ਵੈਰੀ ਵੰਡਰਫੁਲ ਨਿਊਜ਼ ਕਿ ਤੁਸੀਂ ਹੁਣ ਮਹਿੰਗੇ ਵਾਲਾ ਟੈਸਟ ਨਹੀਂ ਕਰਾਉਣਾ, ਭਾਵ ਸਸਤੇ ਵਾਲਾ ਟੈਸਟ ਜਿਸ ਨੂੰ ਅਸੀਂ ਰੈਪਿਡ ਟੈਸਟ ਕਹਿੰਦੇ ਆ, ਉਹ ਤੁਸੀਂ ਕਰਾ ਸਕਦੇ ਹੋ। ਜੌਲ ਸਾਹਿਬ, ਬੋਰਡਰਸ ਜਿੱਥੇ ਵੱਖ-ਵੱਖ ਟਰੱਕਿੰਗ ਇੰਡਸਟਰੀ ਪ੍ਰੋਟੈਸਟ ਕਰ ਰਹੀ ਸੀ, ਹੁਣ ਜੋ ਬਿਆਨ ਆਇਆ ਸੀ ਟਰੂਡੋ ਸਾਹਿਬ ਦਾ, ਕਾਫੀ ਉਸ ਦੇ ਵਿੱਚ ਅੱਧੇ ਤਾਂ ਇੱਦਾਂ ਹੀ ਝੜ ਗਏ ਜੀ, ਬਿਕਾਜ਼ ਉਹ ਡਰ ਗਏ ਸੀ ਜੋ ਪਾਬੰਦੀਆਂ ਲਾ ਦਿੱਤੀਆਂ ਸਨ ਟਰੂਡੋ ਸਾਹਿਬ ਨੇ। ਪਰੰਤੂ ਐਲਬਰਟਾ ਦੇ ਵਿੱਚ ਕੱਲ ਵੀ ਕਲੀਅਰ ਹੋ ਗਿਆ, ਪ੍ਰੋਟੈਸਟਰਸ ਉੱਥੇ ਥੋੜੇ ਜਿਹੇ ਝੜ ਚੁੱਕੇ ਨੇ, ਪਰੰਤੂ ਕੁਛ ਇੱਕ ਸੇਮ ਰਿਸਟ੍ਰਿਕਸ਼ਨਸ ਮੈਨੀਟੋਬਾ ਦੇ ਵਿੱਚ ਵੀ ਪੁਲਿਸ ਐਕਸ਼ਨ ਲੈ ਰਹੀ ਅੱਜ। ਯੈਸ, ਜਿਹੜਾ ਅਲਬਰਟਾ ਦੇ ਵਿੱਚ ਕਾਊਟਸ ਦਾ ਬਾਰਡਰ ਸੀਗਾ ਨਾ, ਲੱਗਦਾ US ਦੇ ਨਾਲ, ਵੀ ਉਹੀ ਸਭ ਤੋਂ ਪਹਿਲਾਂ ਬੰਦ ਕਰਨ ਬਾਰੇ ਪਤਾ ਲੱਗਾ ਸੀਗਾ। ਉਸ ਤੋਂ ਬਾਅਦ ਬਾਕੀ ਦੀਆਂ ਪ੍ਰੋਵਿੰਸਿਸ ਦੇ ਵਿੱਚ ਤੇ ਰੌਲਾ ਬਾਅਦ ਚ ਵਧਿਆ ਸੀਗਾ, ਇਨਕਲੂਡਿੰਗ ਇੱਥੇ ਓਨਟਾਰੀਓ ਦੇ ਵਿੱਚ। ਪਰ ਹੌਲੀ ਹੌਲੀ ਹੁਣ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਅੰਬੈਸਡਰ ਬ੍ਰਿਜ ਆ ਜਿਹੜਾ ਉਹ ਵੀਕਐਂਡ ਤੇ ਖੁਲਵਾਇਆ ਗਿਆ, ਇੱਦਾਂ ਸਾਰਨੀਆਂ ਵਾਲੇ ਪਾਸੇ ਵੀ ਟ੍ਰੈਫਿਕ ਜਿਹੜਾ ਨੋਰਮਲ ਹੋਇਆ। ਤੇ ਫਿਰ ਹੁਣ ਕੱਲ ਨਿਊਜ਼ ਆਈ ਸੀਗੀ ਕਿ ਅਲਬਰਟਾ ਤੋਂ ਵੀ ਉਹਨਾਂ ਨੇ ਜਿਹੜਾ ਉਹ ਬਾਰਡਰ ਹੈ ਉਹ RCMP ਨੇ ਖੁਲਵਾਇਆ ਜੀ, ਤੇ ਉਹ ਟ੍ਰੈਫਿਕ ਉੱਥੇ ਨੋਰਮਲ ਹੋ ਰਿਹਾ ਆ। ਇਸੇ ਤਰ੍ਹਾਂ ਦਾ ਜਿਹੜਾ ਪੁਲਿਸ ਦਾ ਐਕਸ਼ਨ ਆ, ਕਿਉਂਕਿ ਐਮਰਜੈਂਸੀ ਸਾਡੇ ਮੁਲਕ ਦੇ ਵਿੱਚ ਲੱਗੀ ਹੋਈ ਆ, ਸਪੈਸ਼ਲ ਪਾਵਰਸ ਪੁਲਿਸ ਦੇ ਕੋਲ ਹੁਣ ਹੈਗੀਆਂ ਨੇ, ਉਹ ਅਥਾਰਟੀ ਜਿਹੜੀ ਯੂਜ਼ ਕਰਕੇ ਜੀ ਵੀ ਹੁਣ ਇਹ ਜਿਹੜਾ ਮੈਨੀਟੋਬਾ ਦੇ ਵਿੱਚ ਵੀ US ਨੂੰ ਜਾਂਦਾ ਬਾਰਡਰ, ਇਹ ਉੱਥੇ ਡਿਸਰਪਸ਼ਨ ਆ ਜਾਣੀ, ਉਹਨੂੰ ਅੱਜ ਕਲੀਅਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਦਾ ਜਿਹੜਾ ਸਿਮਿਲਰ ਐਕਸ਼ਨ ਹੈ ਅਲਬਰਟਾ ਵਾਂਗੂ ਇਹ ਮੈਨੀਟੋਬਾ ਦੇ ਵਿੱਚ ਵੀ ਅੱਜ ਹੋਣ ਦੀ ਸੰਭਾਵਨਾ ਹੈ। ਪਰ ਜਿਹੜਾ ਓਟੋਵਾ ਦੇ ਵਿੱਚ ਇਹ ਦੇਖ ਲਓ ਜੀ ਵੀ ਅੱਜ 20ਵੇਂ ਦਿਨ ਦੇ ਵਿੱਚ ਵੀ ਲਗਾਤਾਰ ਜਿਹੜਾ ਉਸੇ ਤਰੀਕੇ ਦੇ ਨਾਲ ਸਟੈਂਡ ਆਫ ਆ ਇਹ ਬਣਿਆ ਹੋਇਆ। ਪਰ ਲੇਕਿਨ ਕਿ ਪੁਲਿਸ ਜਿਹੜੀ ਆ ਜੀ OPP ਤੇ ਇਹਦੇ ਨਾਲ ਹੀ RCMP ਉਹ ਮਿਲ ਕੇ ਜਿਹੜਾ ਜੀ ਆਪਣੀ ਪਲੈਨਿੰਗ ਆ ਫਿਊਚਰ ਐਕਸ਼ਨ ਦੀ ਬਣਾ ਰਹੇ ਨੇ ਜੀ ਹਾਲ ਦੀ ਖੜੀ। ਲੇਕਿਨ ਕਿ ਓਟੋਵਾ ਦੇ ਵਿੱਚ ਜਿਹੜਾ ਜੀ ਉਹ ਇਸੇ ਤਰੀਕੇ ਦੇ ਨਾਲ ਪ੍ਰੋਟੈਸਟਰਸ ਦਾ ਰਾਹਾਂ ਦੇ ਵਿੱਚ ਜਾਂ ਜਿੱਥੇ ਕਿਤੇ ਵੀ ਉਹਨਾਂ ਦਾ ਜ਼ਿਆਦਾ ਰਸ਼ ਹੈਗਾ ਡਾਊਨਟਾਊਨ ਏਰੀਆ ਦੇ ਵਿੱਚ, ਆਪਣਾ ਉਹ ਜ਼ਿੱਦ ਤੇ ਅੜੇ ਹੋਏ ਨੇ ਕਿ ਮੰਗਾਂ ਮੰਨੇ ਜਾਣ ਤੱਕ। ਮੰਗਾਂ ਵੀ ਹੈ ਵੀ ਇੱਕ ਜਾਂ ਤੇ ਆ ਹਟਾ ਦਿਓ ਜੀ ਜਿਹੜਾ US ਨੂੰ ਜਾਣ ਦੀ ਪਾਬੰਦੀ ਲਾਈ ਸੀਗੀ ਟਰੱਕ ਡਰਾਈਵਰ ਦੇ ਉੱਤੇ, ਤੇ ਦੂਸਰਾ ਜਿਹੜੀਆਂ ਕੋਵਿਡ ਦੀਆਂ ਰਿਸਟ੍ਰਿਕਸ਼ਨ ਚੁੱਕ ਲਓ, ਤੇ ਉਹ ਚੁੱਕ ਤੇ ਵੈਸੇ ਹੀ ਰਹੇ ਯਾਰ। ਅੜੀ ਦਾ ਕਾਰਨ ਨਹੀਂ ਵੈਸੇ ਸਮਝ ਆ ਰਿਹਾ, ਪਰ ਦੂਸਰੇ ਪਾਸੇ ਅੜੀ ਜਿਹੜੀ ਫੈਡਰਲ ਗਵਰਨਮੈਂਟ ਨੇ ਕੀਤੀ ਉਹ ਵੀ ਗੱਲ ਸਮਝ ਨਹੀਂ ਆਈ ਵੀ ਇੰਨਾ ਵਧੀਆ ਤੁਸੀਂ ਕੋਵਿਡ ਦੇ ਵਿੱਚ ਸਾਰਾ ਨਿਭਾ ਕੇ ਸਾਰਾ ਕੁਝ ਕਰਕੇ, ਚਲੋ ਪੋਲੀਟੀਕਲੀ ਤੁਸੀਂ ਮਾਈਲੇਜ ਵੀ ਲੈਣ ਦੀ ਕੋਸ਼ਿਸ਼ ਕੀਤੀ, ਇਲੈਕਸ਼ਨ ਵੀ ਵਿੱਚ ਹੀ ਕਾਲ ਕਰਕੇ ਬਹਿ ਗਏ ਵੀ ਹੁਣ ਲਾਹਾ ਮਿਲ ਸਕਦਾ ਸ਼ਾਇਦ। ਉਹ ਸਾਰੀਆਂ ਗੱਲਾਂ ਜੇ ਪਾਸੇ ਛੱਡ ਦਈਏ, ਬਹੁਤ ਸ਼ਾਨ ਦੇ ਨਾਲ ਵਧੀਆ ਦੇਸ਼ ਵਾਸੀਆਂ ਨੂੰ ਬਚਾ ਕੇ ਰੱਖਿਆ, ਕਰੀਮ ਬੈਠੇ ਪੈਸੇ ਦਿੱਤੇ, ਪਰ ਅਖੀਰ ਤੇ ਕੀਤੇ ਕਿਰਾਏ ਤੇ ਪਾਣੀ ਫੇਰਿਆ ਜਿਹੜਾ ਜ਼ਿੱਦ ਦੇ ਨਾਲ ਅੜੀ ਦੇ ਨਾਲ, ਇਹ ਗੱਲ ਸਮਝ ਦੇ ਵਿੱਚ ਨਹੀਂ ਆਈ। ਨਹੀਂ ਤੇ ਬੜੀ ਸ਼ਾਨ ਦੇ ਨਾਲ ਰਿਸਟ੍ਰਿਕਸ਼ਨ ਚੱਕ ਹੀ ਰਹੇ ਸੀਗੇ। ਥੋੜਾ ਜਿਹਾ ਡਿਪਲੋਮੈਸੀ ਦੇ ਨਾਲ ਜੇ ਇਹ ਸਿਚੁਏਸ਼ਨ ਵੀ ਪਹਿਲੇ ਦਿਨ ਤੋਂ ਡੀਲ ਕਰ ਲਈ ਜਾਂਦੀ ਤੇ ਅੱਜ ਆਹ ਸਿਚੁਏਸ਼ਨ ਦੇ ਹਾਲਾਤ ਸ਼ਾਇਦ ਨਾ ਵਿਗੜਦੇ ਨੇ। ਲੈਂਦਾ ਜੀ ਨੈਕਸਟ ਕਾਲ ਔਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਕਾਲਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼, ਗੁੱਡ ਮਾਰਨਿੰਗ। ਓ ਮੀਤਾ ਜੀ ਹੋਲਡ ਰੱਖਣਾ ਪਲੀਜ਼ 1 ਸੈਕਿੰਡ ਜੀ। 9058131320। ਜੌਲ ਸਾਹਿਬ, ਅਗਲੀ ਖਬਰ ਵੱਲ ਅਸੀਂ ਵਧਦੇ ਹਾਂ ਜੀ। ਕੱਲ ਨੂੰ ਨੈਕਸਟ ਵੀਕ ਜੀ ਲੌਂਗ ਵੀਕਐਂਡ ਹੈ ਜੀ ਓਨਟਾਰੀਓ ਦੇ ਵਿੱਚ, ਤੇ ਲੌਂਗ ਵੀਕਐਂਡ ਦਾ ਮਤਲਬ ਇਹ ਹੈ ਕਿ ਨੋ ਗਾਰਬੇਜ ਕਲੈਕਸ਼ਨ ਇਨ ਪੀਲ ਔਨ ਕਮਿੰਗ ਮੰਡੇ। ਯੂਜ਼ਲੀ ਹਾਂਜੀ, ਜਦੋਂ ਲੌਂਗ ਵੀਕਐਂਡ ਹੋਵੇ ਇੱਦਾਂ ਹੀ ਹੁੰਦਾ ਜੀ ਵੀ ਉਸ ਦਿਨ ਤੇ ਫਿਰ ਲੌਂਗ ਵੀਕਐਂਡ ਦਾ ਮਤਲਬ ਵਰਕਿੰਗ ਡੇ ਦੀ ਜਿਹੜੀ ਛੁੱਟੀ ਹੋਵੇ ਲੌਂਗ ਵੀਕਐਂਡ 'ਚ ਆਉਂਦੀ ਹੋਵੇ, ਉਦੋਂ ਫਿਰ ਗਾਰਬੇਜ ਕਲੈਕਸ਼ਨ ਆ ਜਿਹੜਾ ਲੋਕਾਂ ਦਾ ਕੈਲੰਡਰ ਦੇ ਮੁਤਾਬਕ ਹੋਵੇ ਉਹ ਵੈਸੇ ਨਹੀਂ ਚੁੱਕਿਆ ਜਾਂਦਾ ਹੁੰਦਾ, ਕਿਉਂਕਿ ਸਰਕਾਰੀ ਦਫ਼ਤਰ ਜਿਹੜੇ ਆ ਜੀ ਉਹ ਬੰਦ ਹੀ ਹੁੰਦੇ ਆ, ਕੰਮਕਾਜ ਛੁੱਟੀ ਵਾਲਾ ਮਾਹੌਲ ਹੁੰਦਾ ਹੈ, ਤੇ ਫਿਰ ਉਹ ਕੈਲੰਡਰ ਜਿਹੜਾ ਜਸਟ ਆਟੋਮੈਟਿਕਲੀ ਟੂ ਨੈਕਸਟ ਡੇ ਮੂਵ ਹੋ ਜਾਂਦਾ ਹੁੰਦਾ। ਸੋ ਜਿਨ੍ਹਾਂ ਦਾ ਸੋਮਵਾਰ ਭਾਵ ਕਿ ਵੀ ਉਹਨਾਂ ਨੇ ਗਾਰਬੇਜ ਚੱਕਣਾ ਹੁੰਦਾ ਉਹ ਫਿਰ ਮੰਗਲਵਾਰ ਆ ਜਾਂਦੇ ਆ। ਇੱਦਾਂ ਹੀ ਹਰੇਕ ਇੱਕ ਦਿਨ ਵੀ ਹਰੇਕ ਘਰ ਦਾ ਜਿਹੜਾ ਉਹ ਅੱਗੇ ਪੈਂਦਾ ਜਾਂਦਾ। ਸੋ ਤਦ ਕਰਕੇ ਇਹ ਹੈ ਜੀ ਵੀ ਇਹ ਆਪੋ ਆਪਣੇ ਏਰੀਆਜ਼ ਦੇ ਵਿੱਚ ਜਿਹੜੇ ਕੈਲੰਡਰਸ ਹੈਗੇ ਉਸ ਲਿਹਾਜ਼ ਨਾਲ ਲੋਕ ਇੱਕ ਦਿਨ ਅੱਗੇ ਮੂਵ ਕਰ ਲੈਣਗੇ। ਦੂਸਰਾ ਇਹ ਹੈ ਜੀ ਵੀ ਪੀਲ ਰੀਜਨ ਦੇ ਵਿੱਚ ਮਿਸਿਸਾਗਾ, ਬਰੈਂਪਟਨ, ਕੈਲੇਡਨ ਸਾਰੇ ਜਿਹੜੇ ਸਰਕਾਰੀ ਦਫ਼ਤਰ ਕਹਿ ਲਓ ਕਿ ਉਦੋਂ ਓਨਟਾਰੀਓ ਦੀ ਕਿਉਂਕਿ ਇਹ ਫੈਮਿਲੀ ਡੇ ਦੀ ਛੁੱਟੀ ਹੈ ਉਹ ਫਿਰ ਹੋਣਗੇ ਬੰਦ। ਤੇ ਫੈਡਰਲ ਆਫਿਸਰ ਜਿਹੜੇ ਆ ਜੀ ਉਹ ਖੁੱਲ੍ਹੇ ਰਹਿਣ, ਪਰ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਜਿਹੜੇ ਉਹ ਬੰਦ ਰਹਿਣਗੇ। ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਕੁੱਲ ਮਿਲਾ ਕੇ ਇਹ ਹੈ ਜੀ ਵੀ ਬਰੈਂਪਟਨ ਦੇ ਵਿੱਚ ਕੀ ਉਹਨਾਂ ਨੇ ਫਰਵਰੀ ਤੋਂ ਵੈਸੇ ਪਹਿਲਾਂ ਪਲਾਨ ਕੀਤਾ ਸੀਗਾ ਕਿ ਸਿਟੀ ਹਾਲ ਆ ਜਿਹੜਾ ਉਹ ਖੋਲ੍ਹਣਾ ਵਾਕ ਇਨ ਵਾਸਤੇ ਬਿਨਾਂ ਅਪੁਆਇੰਟਮੈਂਟ ਤੋਂ, ਜਿੱਦਾਂ ਸਿਟੀ ਹਾਲ ਪਹਿਲਾਂ ਖੁੱਲ੍ਹਾ ਹੁੰਦਾ ਸੀਗਾ ਕੋਵਿਡ ਤੋਂ। ਪਰ ਹੁਣ ਇਹ ਕਿਉਂਕਿ ਵਿੱਚ ਫਿਰ ਲੌਂਗ ਵੀਕਐਂਡ ਆ ਗਿਆ, 21 ਫਰਵਰੀ ਨੂੰ ਸੋਮਵਾਰ ਨੂੰ ਵੈਸੇ ਛੁੱਟੀ ਆ, ਤੇ ਹੁਣ ਉਹ ਵਾਕ ਇਨ ਸਰਵਿਸਿਜ਼ ਵਾਸਤੇ ਜਿਹੜਾ ਬਰੈਂਪਟਨ ਦਾ ਸਿਟੀ ਹਾਲ ਹੈ ਉਹ ਮੰਗਲਵਾਰ ਨੂੰ ਖੁੱਲ੍ਹੇਗਾ 22 ਫਰਵਰੀ ਤੋਂ, ਜਿਹੜਾ ਜੀ ਹੌਲੀ ਹੌਲੀ
ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਰੀਓਪਨਿੰਗ ਹੋ ਰਹੀ ਆ ਸਾਡੇ ਇੱਥੇ 1 ਮਾਰਚ ਤੋਂ ਕਾਫੀ ਸਾਰੀਆਂ ਚੇਂਜਸ ਆ ਰਹੀਆਂ, 17 ਫਰਵਰੀ ਤੋਂ ਕਾਫੀ ਸਾਰੀਆਂ ਰਿਸਟ੍ਰਿਕਸ਼ਨਸ ਪ੍ਰੋਵਿੰਸ ਵਾਈਡ ਜਿਹੜੀਆਂ ਜੀ ਚੱਕੀਆਂ ਜਾ ਰਹੀਆਂ। ਉਹਦੇ ਵਿੱਚ ਬਰੈਂਪਟਨ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਤਿਆਰੀ ਆ ਜੀ ਵੀ ਜਿਹੜੀਆਂ ਢਿੱਲਾਂ ਆ ਉਹ ਦਿੱਤੀਆਂ ਜਾਣ। ਸੋ ਕੁੱਲ ਮਿਲਾ ਕੇ ਇਹ ਸਿਟੀ ਹਾਲ ਤੇ ਬਾਕੀ ਦੇ ਜਿਹੜੇ ਮਿਊਨਿਸਪਲ ਹੋਰ ਸਰਵਿਸਿਜ਼ ਹੈਗੀਆਂ ਉਹ ਵੀ ਨਾਰਮਲ ਹੁੰਦੀਆਂ ਜਾਣਗੀਆਂ ਆਉਣ ਵਾਲੀ ਵੀਕਸ ਦੇ ਦੌਰਾਨ ਜੀ। ਜੋਲ ਸਾਹਿਬ, ਇੰਡੀਅਨ ਕਾਉਂਸਲਰ ਕੈਂਪ ਬਰੈਂਪਟਨ ਦੇ ਵਿੱਚ ਜੋ ਅਸੀਂ ਕਾਫੀ ਟਾਈਮ ਤੋਂ ਗੱਲਬਾਤ ਵੀ ਕਰ ਰਹੇ ਹਾਂ, ਨਾਨਕਸਰ ਗੁਰਦੁਆਰਾ ਨੀਅਰ ਸ਼ੇਡਿੰਗ ਕਾਲਜ ਦੇ ਵਿੱਚ 26 ਫੈਬਰਵਰੀ ਨੂੰ ਹੋਵੇਗਾ ਜੀ, ਉਹਦੇ ਬਾਰੇ ਜਾਣਕਾਰੀ। ਹਾਂਜੀ ਅੱਜ ਆਪਾਂ ਨਾ ਇਹ ਵੈਸੇ 9 ਫਰਵਰੀ ਨੂੰ ਸਭ ਤੋਂ ਪਹਿਲਾਂ ਭੈਣ ਭਰਾਵਾਂ ਨੂੰ ਖਬਰ ਜਿਹੜੀ ਆ ਨਾ ਫੋਨ ਦੇ ਵਿੱਚ ਭੇਜੀ ਸੀਗੀ, ਫਿਰ ਆਪਾਂ ਰੇਡੀਓ ਤੇ ਵੀ ਡਿਸਕਸ ਕੀਤਾ ਜੀ। ਪਰ ਕਿਉਂਕਿ ਸਾਰੇ ਦਰਸ਼ਕ ਸਰੋਤੇ ਇੱਕ ਵਾਰੀ ਜੁੜੇ ਨਹੀਂ ਹੁੰਦੇ ਹਨ ਤੇ ਫੋਨਾਂ ਤੇ ਵੀ ਅਜੇ ਮੈਂਟੈਲਿਟੀ ਹੈਗੀ ਆ ਵੀ ਭਾਵੇਂ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਆਈ ਹੋਵੇ ਪਰ ਆਪਾਂ ਇਗਨੋਰੈਂਟ ਰਹਿਣਾ, ਆਪਾਂ ਖੋਲ ਕੇ ਦੇਖਣਾ ਹੀ ਨਹੀਂ ਵੀ ਕੀ ਲਿਖਿਆ ਹਨਾ। ਕਿਉਂਕਿ ਅੱਜ ਵੀ ਮੈਨੂੰ ਇੱਕ ਕਾਲ ਆਈ ਸੀਗੀ ਜਦੋਂ ਆਪਾਂ ਅੱਜ ਦੁਬਾਰਾ ਇਹ ਮੈਸੇਜ ਭੇਜਿਆ ਨਾ ਭਾਈ ਸਾਹਿਬ ਦੀ ਵੀ ਅੱਛਾ ਜੀ ਇਹ ਟਾਈਮ ਦੱਸਿਓ। ਮੈਂ ਕਿਹਾ ਜੀ ਟਾਈਮ 9 ਤਰੀਕ ਦਾ ਤੁਹਾਡੇ ਫੋਨ 'ਚ ਲਿਖ ਕੇ ਭੇਜਿਆ ਹੋਇਆ, ਉਹ ਖੋਲ ਕੇ ਦੇਖੋ। ਉਹ ਖੋਲ ਕੇ ਅੱਛਾ ਜੀ ਠੀਕ ਹੈ ਜੀ ਮੈਂ ਉਦੋਂ ਨਹੀਂ ਦੇਖਿਆ ਸੀਗਾ ਵੀ ਭੈਣ ਭਰਾ ਅਜੇ ਵੀ ਇਗਨੋਰੈਂਟ ਹੈਗੇ ਆ। ਸੋ ਲੇਕਿਨ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾਏਗਾ। ਮੀਡੀਆ ਦੇ ਵਿੱਚ ਕਸੂਰ ਕੱਢਣੇ ਸੌਖੇ ਨੇ ਪਰ ਆਪਣੇ ਕੱਢ ਲਈਏ ਤੇ ਫਿਰ ਮੀਡੀਆ ਇੰਨਾ ਮਾੜਾ ਵੀ ਨਹੀਂ। ਕੁੱਲ ਮਿਲਾ ਕੇ ਇਹ ਅੱਜ ਵੀ 26 ਫਰਵਰੀ ਨੂੰ ਜਿਹੜਾ ਜੀ ਵੀ ਇਹ ਸੈਟਰਡੇ ਨੂੰ ਕਾਉਂਸਲਰ ਕੈਂਪ ਲੱਗਣ ਜਾ ਰਿਹਾ ਨਾਨਕਸਰ ਗੁਰਦੁਆਰਾ ਸਾਹਿਬ ਜਿਹੜਾ ਜੀ ਸ਼ੈਰੀਡਨ ਕਾਲਜ ਦੇ ਲਾਗੇ ਆ। ਸਵੇਰੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਇਹਦਾ ਸਮਾਂ ਆ ਜੀ। ਉਹਦੇ ਵਿੱਚ ਜਿੱਦਾਂ ਆਪਾਂ ਦੱਸਿਆ ਹੋਇਆ ਜੀ ਵੀ ਪਾਸਪੋਰਟ ਬਾਰੇ, OCI ਬਾਰੇ, ਪੁਲਿਸ ਕਲੀਅਰੈਂਸ ਰਿਪੋਰਟ ਲੈਣੀ ਆ ਜਾਂ ਅਦਰਵਾਈਜ਼ ਕੋਈ ਅਟੈਸਟੇਸ਼ਨ ਦਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਜਿਹੜੀ ਲੰਬੇ ਸਮੇਂ ਤੋਂ ਕੋਈ ਅਟਕਿਆ ਹੋਇਆ ਮਸਲਾ ਉਹ ਡਿਸਕਸ ਕੀਤਾ ਜਾ ਸਕਦਾ। ਮੌਕੇ ਤੇ ਜੇ ਕੋਈ ਐਪਲੀਕੇਸ਼ਨ ਫੀ ਸਰਵਿਸ ਫੀ ਪੇ ਕਰਨੀ ਆ ਤਾਂ ਡੈਬਿਟ ਕਾਰਡ ਤੇ ਪੇ ਹੋ ਸਕਦੀ ਆ ਜੀ। ਅਟੈਸਟੇਸ਼ਨ ਜਿਹੜੇ ਆ ਜੀ ਉਹਨਾਂ ਦੀ ਐਪਲੀਕੇਸ਼ਨ ਦੇ ਨਾਲ ਜਿਹੜੀ ਫੀ ਲੱਗਦੀ ਆ ਉਹਦੇ ਲਈ ਡਿਮਾਂਡ ਡਰਾਫਟ ਜਿਹੜਾ ਉਹ DD ਬਣਾਇਆ ਜਾਂਦਾ ਉਹ ਹੀ ਲੈਣਗੇ ਉਹ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ ਪ੍ਰੋਸੈਸ ਪੂਰਾ ਜਿਹਨਾਂ ਦੀ ਐਪਲੀਕੇਸ਼ਨ ਕੰਪਲੀਟ ਹੋਏਗੀ ਉਹ ਉੱਥੇ ਐਕਸੈਪਟ ਵੀ ਕਰ ਲਈ ਜਾ ਸਕਦੀ ਆ। ਕੁੱਲ ਮਿਲਾ ਕੇ ਜਾਣੀ ਕਿ ਜਿਹੜੀਆਂ ਸਰਵਿਸਿਜ਼ ਇਹ ਕੌਂਸੂਲੇਟ ਜਨਰਲ ਦਿੰਦੇ ਨੇ ਜੀ ਡੋਰ ਸਟੈਪ ਤੇ ਆ ਕੇ ਇੱਥੇ ਬਰੈਂਪਟਨ ਦੇ ਵਿੱਚ ਥੋੜਾ ਜਿਹਾ ਲੋਕਾਂ ਦੀ ਸਪੋਰਟ ਕਰਨ ਦੀ ਲੱਗਦਾ ਕਿ ਉਹਨਾਂ ਦਾ ਆਈਡੀਆ ਹੈ। ਪਰ ਇਹ BLS ਦਫ਼ਤਰ ਦੇ ਬਾਹਰ ਜਿਹੜੀ ਲੁੱਟਮਾਰ ਚੱਲ ਰਹੀ ਆ ਤੁਹਾਡੇ ਡੈਡ ਦਾ ਵੀ ਫੋਨ ਆਇਆ ਸੀ ਕਿ ਉਹਦੇ ਬਾਰੇ ਲੋਕਾਂ ਦੀਆਂ ਵੱਡੀਆਂ ਸ਼ਿਕਾਇਤਾਂ ਨੇ ਜੀ। ਇਹ ਸ਼ਿਕਾਇਤਾਂ ਨੇ ਤੇ ਗੱਲਾਂ ਨਾ ਕੀਤੀਆਂ ਜਾਣ ਜਿੱਦਾਂ ਕਿ LMIA ਤੇ ਬਾਕੀ ਸਾਰੇ ਘੋਣ ਤੇ ਸਿਉਂਕ ਆਪਾਂ ਵਿਗਾੜੇ ਆ ਗੱਲਾਂ ਕਰ ਕਰਕੇ। ਜੇ ਕਿਸੇ ਕੋਲ ਕੋਈ ਪੁਖਤਾ ਗੱਲ ਹੈਗੀ ਆ ਉੱਥੇ ਫਲਾਂ ਵਿਅਕਤੀ ਇਸ ਤਰੀਕੇ ਦੇ ਨਾਲ ਏਦਾਂ ਸਾਰਾ ਕੰਮ ਚੱਲਦਾ ਉਹਨੂੰ ਇਨ ਰਾਈਟਿੰਗ ਲੈ ਕੇ ਆਓ, ਪ੍ਰੋਪਰ ਉਹਦੀ ਕੰਪਲੇਂਟ ਫਾਈਲ ਕਰੋ ਤਾਂ ਕਿ ਕੋਈ ਐਕਸ਼ਨ ਹੋ ਸਕੇ। ਗੱਲਾਂ ਨਾਲ ਨਹੀਂ ਇਹ ਕੜਾ ਪੱਕਣੇ। ਇਸ ਕਰਕੇ ਕੈਨੇਡਾ ਵਿੱਚ ਆਪਾਂ ਆਏ ਹਾਂ ਗੱਲਾਂ ਕਰਨੀਆਂ ਬੰਦ ਕਰੀਏ ਤੇ ਥੋੜਾ ਜਿਹਾ ਪੈਨ ਤੇ ਪੇਪਰ ਚੱਕੀਏ। ਅੱਜ ਕੱਲ੍ਹ ਪੈਨ ਤੇ ਪੇਪਰ ਤੇ ਕੰਪਿਊਟਰ ਹੀ ਹੈ। ਸੋ ਈਮੇਲ ਜਿਹੜੀ ਅੱਜ ਉਹ ਡਰਾਫਟ ਸਾਨੂੰ ਕਰਨੀ ਚਾਹੀਦੀ ਆ। ਕੌਂਸੂਲੇਟ ਜਨਰਲ ਨੂੰ ਸਿੱਧੀ ਭੇਜਣੀ ਚਾਹੀਦੀ ਆ ਜਿਨ੍ਹਾਂ ਲੋਕਾਂ ਨੂੰ ਉੱਥੇ ਕਿਸੇ ਵੀ ਤਰ੍ਹਾਂ ਦੀ ਐਕਸਪਲੋਇਟੇਸ਼ਨ ਆ ਜਿਹੜੀ ਵੀ ਫੇਸ ਕਰਨੀ ਪੈ ਰਹੀ ਆ ਜੀ। ਉੱਦਾਂ ਵਾਰੀ ਆਉਂਦੀ ਨਹੀਂ ਜੀ, $500 ਦਿਓ, $600 ਦਿਓ ਤੇ ਉਹ ਵੀਜ਼ਾ ਲਗਵਾ ਦਿੰਦੇ ਆ। ਸੋ ਇਹ ਗੱਲਾਂ ਨਹੀਂ ਸੁਣਨ ਨੂੰ ਕੋਈ ਤਿਆਰ। ਇਹਦੇ ਬਾਰੇ ਵਾਕਿਆ ਜੋ ਕੋਈ ਪੁਖਤਾ ਇਨਫੋਰਮੇਸ਼ਨ ਕੋਈ ਵਿਕਟਮ ਹੈਗੇ ਨੇ ਭੈਣ ਭਰਾ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਥੋੜਾ ਜਿਹਾ ਹੌਸਲਾ ਕਰਕੇ ਵੀ ਆਹ ਘਟਨਾ ਸਾਡੇ ਨਾਲ ਵਾਪਰੀ ਹੈ ਤੇ ਏਦਾਂ ਉੱਥੇ ਫਰਾਡ ਚੱਲ ਰਿਹਾ ਜੀ। ਕਿਉਂਕਿ ਫਰਾਡ ਦੇ ਇਹਦੇ ਵਿਕਟਮ ਵੀ ਆਪਾਂ ਉਹੀ ਆ ਜਿਹੜੇ ਇੰਡੀਆ ਤੋਂ ਆਏ ਹੋਏ ਆ। ਇੰਡੀਆ ਦੇ ਕੋਈ ਖਿਲਾਫ ਨਹੀਂ ਪਰ ਜਿਹੜੀ ਗੱਲ ਸੱਚੀ ਆ ਉਹਨੂੰ ਕਰਨ 'ਚ ਹਰਜ ਕੋਈ ਨਹੀਂ। ਵਿਕਟਮ ਵੀ ਉਹੀ ਆ ਜਿਹੜੇ ਇੰਡੀਆ ਤੋਂ ਆਏ ਹੋਏ ਆ ਤੇ ਇਹਦਾ ਸਾਰਾ ਇਹ ਕ੍ਰਾਈਮ ਕਰਨ ਵਾਲੇ ਲੋਕ ਵੀ ਉਹੀ ਆ ਜਿਹੜੇ ਇੰਡੀਆ ਤੋਂ ਆਏ ਹੋਏ ਆ ਜੀ। ਹੋਰ ਤੇ ਹੈ ਹੀ ਨਹੀਂ ਕੋਈ। ਉਹ ਕਦੀ ਕੋਈ ਕੈਨੇਡੀਅਨ ਬੋਰਨ ਟ੍ਰੇਨਡ ਜਾਂ ਕੋਈ ਇੱਥੋਂ ਦਾ ਪ੍ਰੋਫੈਸ਼ਨਲ ਤੁਹਾਡੇ ਨਾਲ ਕੋਈ ਝੂਠ ਮਾਰ ਗਿਆ ਹੋਵੇ, ਤੁਹਾਡੇ ਪੈਸੇ ਮਾਰ ਗਿਆ ਹੋਵੇ, ਤੁਹਾਡਾ ਹੇਰਾਫੇਰੀ ਹੋ ਗਈ ਹੋਵੇ, ਕਦੀ ਹੋਇਆ? ਇਹ ਅਸੀਂ ਆ ਜਿਹੜੇ ਆਏ ਹੋਏ ਆ, ਅਸੀਂ ਕਰਨ ਤੇ ਕਰਾਉਣ ਵਾਲੇ ਆ ਤੇ ਅਸੀਂ ਇਹਦਾ ਸ਼ਿਕਾਰ ਬਣਨ ਵਾਲੇ ਆ। ਤੇ ਇਹ ਸਾਰਾ ਕੁਝ ਹੁਣ ਦੇਖ ਲਓ ਵੀ ਕੈਨੇਡਾ ਫਿਰ ਵਿਗਾੜ ਕੌਣ ਰਿਹਾ। ਸੋ ਜੇ ਏਦਾਂ ਦਾ ਕੋਈ ਉੱਥੇ ਮਾਹੌਲ ਹੈਗਾ ਉਹਨੂੰ ਰਿਜ਼ੋਲਵ ਕੀਤਾ ਜਾ ਸਕਦਾ ਪਰ ਗੱਲਾਂ ਤੋਂ ਥੋੜਾ ਜਿਹਾ ਅੱਗੇ ਵਧਣਾ ਪੈਣਾ ਜੀ, ਮੇਰੀ ਬੇਨਤੀ ਹੈ ਜੀ। 905-813-1320 9058131320। ਜੌਲ ਸਾਹਿਬ ਲਾਸਟਲੀ ਫਟਾਫਟ ਅਸੀਂ ਵਾਈਂਡ ਅਪ ਕਰੀਏ ਜੀ। 2 ਸਾਲ ਬਾਅਦ 18 ਮਾਰਚ ਦਾ ਇਕੱਠ ਨਗਰ ਕੀਰਤਨ ਟੋਰਾਂਟੋ ਡਾਊਨਟਾਊਨ ਦੇ ਵਿੱਚ April 24 ਨੂੰ ਹੋਣ ਜਾ ਰਿਹਾ ਜੀ। ਹਾਂ ਬਿਲਕੁਲ ਜੀ। ਓਨਟਾਰੀਓ 6 ਤੇ ਗੁਰਦੁਆਰਾ ਕੌਂਸਲ ਤੁਹਾਨੂੰ ਪਤਾ ਵੀ 3 ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਔਰਗੇਨਾਈਜ਼ ਕਰਦੇ ਨੇ ਜੀ। ਇਹ ਹੁਣ ਜੀ ਵੀ ਕੋਵਿਡ ਨੇ ਵਿਘਨ ਪਾਇਆ 2 ਸਾਲ ਪਰ ਇੱਕ ਵਾਰ ਫੇਰ ਇਹ ਨਗਰ ਕੀਰਤਨ ਹੁਣ ਡੇਟ ਆ ਗਈ ਆ 24 ਅਪ੍ਰੈਲ ਉਹ ਨਿਰਧਾਰਿਤ ਹੋਈ ਹੈ। ਪਰ ਅਰਸ਼ ਨਗਰ ਕੀਰਤਨ ਫਿਰ ਉੱਦਾਂ ਨਹੀਂ ਹੋ ਸਕੂਗਾ ਜਿੱਦਾਂ ਪਹਿਲਾਂ ਹੁੰਦਾ ਸੀਗਾ ਕੋਵਿਡ ਕਰਕੇ। ਅਜੇ ਵੀ ਜਾਣੀ ਜਿਹੜਾ ਫੰਕਸ਼ਨ ਆ ਇਹ ਟੋਰਾਂਟੋ ਦਾ ਜਿਹੜਾ ਸਿਟੀ ਹਾਲ ਆ ਉਹਦੇ ਸਾਹਮਣੇ ਜਿਹੜਾ ਨੇਥਨ ਫਿਲਿਪ ਸਕੁਏਅਰ ਆ ਤੁਹਾਨੂੰ ਪਤਾ ਹੀ ਆ ਵੀ ਉੱਥੇ ਇਕੱਠ ਹੁੰਦਾ 4 ਵਜੇ ਆਮ ਤੌਰ ਤੇ ਜ਼ਿਆਦਾ ਉੱਥੇ ਸਟੇਜ ਲੱਗਦੀ ਹੁੰਦੀ ਐਂਡ ਪ੍ਰੋਗਰਾਮ ਹੁੰਦੇ ਨੇ ਉੱਥੇ ਸਾਰਾ ਦਿਨ ਵੀ ਵੈਸੇ ਚੱਲਦੇ ਰਹਿੰਦੇ ਜੀ। ਇਸ ਵਾਰ ਦਾ ਜਾਣੀ ਇਹ ਨਗਰ ਕੀਰਤਨ ਦਾ ਸਮਾਗਮ ਸਾਰਾ ਉੱਥੇ ਹੀ ਹੋਊਗਾ ਤੇ ਜਿਹੜਾ ਪਹਿਲਾਂ ਸੰਗਤਾਂ ਚੱਲਦੀਆਂ ਨੇ ਕਾਫਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਉਹ ਜਾਣੀ ਨਹੀਂ ਚੱਲ ਸਕੂਗਾ ਬੈਟਰ ਲਿਵਿੰਗ ਸੈਂਟਰ ਤੋਂ
ਸੋ ਸਾਰੇ ਦਾ ਸਾਰਾ ਜਿਹੜਾ ਸਮਾਗਮ ਆ ਉਹ ਨੇਥਨ ਫਿਲਿਪ ਸਕੁਅਰ ਤੇ ਹੋਏਗਾ 24 ਅਪ੍ਰੈਲ ਦਾ ਨਗਰ ਕੀਰਤਨ ਜਿਹੜਾ ਜੀ ਡਾਊਨਟਾਊਨ ਦੇ ਵਿੱਚ ਅਨਾਉਂਸ ਹੋ ਚੁੱਕੀ ਡੇਟ। ਆਲਰਾਈਟ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਜੌਲ ਸਾਹਿਬ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784 4168953784 ਤੇ ਜੌਲ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਆਲਰਾਈਟ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।